ओके गाइज, मैं दोबारा लाइव होया। एक बार प्लीज कंफर्म कर दिओ कि ऑडियो क्लियर सारिਆਂ ਨੂੰ ਕਿ ਤੁਸੀਂ ਮੈਨੂੰ ਸੁਣ ਪਾ ਰਹੇ ਹੋ, ਮੇਰੀ ਆਵਾਜ਼ ਪਹੁੰਚ ਰਹੀ ਹੈ ਤੁਹਾਡੇ ਤੱਕ। ਇੱਕ ਵਾਰੀ ਪਲੀਜ਼ ਕਨਫਰਮ ਕਰ ਦਿਓ ਉਹਨੂੰ ਸਫਲ ਪੰਜਾਬ ਪੇਜ ਦੇ ਉੱਤੇ। ਰਾਈਟ, ਤੇ ਅੱਜ ਦਾ ਜਿਹੜਾ ਸਾਡਾ ਟਾਰਗੇਟ ਹੋਏਗਾ ਉਹ ਅਸੀਂ ਸਟਾਰਟ ਕਰ ਰਹੇ ਹਾਂ ਸੈਲੀਐਂਟ ਫੀਚਰਸ ਆਫ ਦ ਕਨਸਟੀਟਿਊਸ਼ਨ। ਗਾਈਜ਼, ਆਈ ਹੋਪ ਕਿ ਤੁਸੀਂ ਆਪਣਾ ਪੁਰਾਣਾ ਜਿਹੜਾ ਟਾਰਗੇਟ ਸੀਗਾ ਉਹ ਅਚੀਵ ਕਰ ਲਿਆ, ਜਿਹੜਾ ਕਿ ਸੀ ਪ੍ਰੀਐਮਬਲ ਤੇ ਯੂਨੀਅਨ ਐਂਡ ਇਟਸ ਟੈਰੀਟਰੀਜ਼। ਉਹਦੇ 'ਚ ਤੁਸੀਂ ਪਹਿਲੇ ਤਾਂ ਪ੍ਰੀਐਮਬਲ ਪੜ੍ਹਨਾ ਸੀਗਾ। ਉਹ ਤੁਹਾਨੂੰ ਦੱਸਿਆ ਸੀਗਾ ਕਿ ਮੈਂ ਤੁਸੀਂ ਕਿਹੜੀ ਚੀਜ਼ ਪੜ੍ਹਨੀ ਹੈ, ਨਿਊਐਂਸਿਸ ਵਿੱਚ ਜਾਣਾ ਹੈ। ਗਾਈਜ਼, ਐਗਜ਼ਾਮ ਕਲੀਅਰ ਕਰਨ ਦਾ ਇਹੀ ਹੈ ਕਿ ਤੁਸੀਂ ਨਿਊਐਂਸਿਸ ਨੂੰ ਪਕੜੋ, ਜਿਹੜੇ ਲਾਈਨ ਦੇ ਵਿੱਚ ਜੋ ਚੀਜ਼ਾਂ ਲਿਖੀਆਂ ਉਹਨਾਂ ਨੂੰ ਪਕੜੋ, ਜੋ ਚੀਜ਼ ਪੁੱਛੀ ਜਾ ਸਕਦੀ ਹੈ ਐਗਜ਼ਾਮ ਵਿੱਚ। ਬਾਕੀ ਅਸੀਂ ਇਹਦਾ ਇੱਕ ਟੈਸਟ ਲਵਾਂਗੇ, ਪਰ ਹੁਣੇ ਨਹੀਂ, ਪਹਿਲੇ ਥੋੜਾ ਜਿਹਾ ਸਿਲੇਬਸ ਅਸੀਂ ਕਵਰ ਕਰ ਲਵਾਂਗੇ। ਜਦੋਂ ਸਾਡੇ ਫੰਡਾਮੈਂਟਲ ਰਾਈਟ ਤੱਕ ਕੰਪਲੀਟ ਹੋ ਜਾਏਗਾ ਉਹਦੇ ਬਾਅਦ ਇੱਕ ਟੈਸਟ ਹੋਏਗਾ। ਗਾਈਜ਼, ਉਹ ਟੈਸਟ ਲਾਈਵ ਹੋਏਗਾ, YouTube ਦੇ ਉੱਤੇ ਹੋਏਗਾ, ਪਰ ਉਹਦੀ ਰਿਕਾਰਡਿੰਗ ਨਹੀਂ ਹੋਏਗੀ। ਉਹ ਜਿਹੜਾ ਵੀ ਬੱਚਾ ਲਾਈਵ ਆਏਗਾ ਸਿਰਫ ਉਹਦੇ ਲਈ ਹੋਏਗਾ, ਅਦਰਵਾਈਜ਼ ਉਹਦੀ ਰਿਕਾਰਡਿੰਗ ਅਸੀਂ ਬਾਅਦ ਡਿਲੀਟ ਕਰ ਦੇਵਾਂਗੇ। ਰਿਕਾਰਡਿੰਗ ਨਹੀਂ ਰਹੇਗੀ। ਤਾਂ ਇਹ ਸਿਰਫ ਉਸੇ ਚੀਜ਼ ਕਰਕੇ ਤਾਂ ਕਿ ਤੁਸੀਂ ਇੱਕ ਡਿਸਪਲਿਨਡ ਵੇ ਦੇ ਨਾਲ ਉਸ ਟੈਸਟ ਨੂੰ ਦਿਓ। ਜਿਹੜਾ ਵੀ ਉਸ ਟੈਸਟ ਨੂੰ ਦੇਗਾ ਉਹਦਾ ਫਾਇਦਾ ਹੋਏਗਾ, ਕਿਉਂਕਿ ਪ੍ਰੀਵੀਅਸ ਈਅਰ ਕੁਐਸਚਨਸ ਉਹਦੇ ਵਿੱਚ ਕਰਵਾਏ ਜਾਣਗੇ, ਤਾਂ ਕਿ ਤੁਹਾਨੂੰ ਪਤਾ ਲੱਗੇਗਾ ਤੁਸੀਂ ਸਹੀ ਡਾਇਰੈਕਸ਼ਨ ਵਿੱਚ ਹੋ। ਜੋ ਚੀਜ਼ ਤੁਸੀਂ ਪੜ੍ਹ ਰਹੇ ਹੋ ਕਿ ਉਹੀ ਚੀਜ਼ ਪੁੱਛ ਰਹੇ ਅਗਲੇ ਐਗਜ਼ਾਮੀਨਰਸ ਤੁਹਾਡੇ ਕੋਲੋਂ ਜਾਂ ਨਹੀਂ। ਓਕੇ, ਤੇ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਆ 23 ਪਾਰਟਿਸਿਪੈਂਟਸ ਓਨਲੀ, ਔਰ ਮੈਂ ਕਹੂੰਗਾ ਕਿ ਇਹ ਬਹੁਤ ਜ਼ਿਆਦਾ ਘੱਟ ਨੇ। ਅਦਰਵਾਈਜ਼ ਇੱਥੇ ਘੱਟੋ ਘੱਟ ਸਾਡੇ ਕੋਲ ਇਸ ਵੇਲੇ 200 ਪਲੱਸ ਕੈਂਡੀਡੇਟਸ ਹੈਗੇ ਆ ਜਿਹੜੇ ਕਿ ਸਿਰਫ ਸਫਲ ਪੰਜਾਬ ਪੇਜ ਦੇ ਨਾਲ ਜੁੜੇ ਹੋਏ ਆ। ਐਂਡ YouTube ਚੈਨਲ ਦੇ ਉੱਤੇ ਸਾਡੇ ਕੋਲ 135 ਸਮਥਿੰਗ ਸਬਸਕ੍ਰਾਈਬਰਸ ਨੇ ਇਸ ਵੇਲੇ। ਤੇ ਹੁਣ ਅਸੀਂ ਅੱਜ ਦਾ ਆਪਣਾ ਟਾਰਗੇਟ ਸ਼ੁਰੂ ਕਰਦੇ ਹਾਂ। ਗਾਈਜ਼, ਇਹ ਰਹੇਗਾ ਸੈਲੀਐਂਟ ਫੀਚਰਸ ਆਫ ਦ ਕਨਸਟੀਟਿਊਸ਼ਨ। ਗਾਈਜ਼, ਇਹਦੇ 'ਚ ਸਭ ਤੋਂ ਪਹਿਲੇ ਤੁਹਾਨੂੰ ਇਹ ਪੜ੍ਹਨਾ ਪਏਗਾ ਕਿ ਕਨਸਟੀਟਿਊਸ਼ਨ ਹੈ, ਕਿਉਂਕਿ ਕਨਸਟੀਟਿਊਸ਼ਨ ਡਾਇਰੈਕਟਲੀ ਨਹੀਂ ਤੁਹਾਨੂੰ ਕੁਐਸਚਨ ਪੁੱਛਿਆ ਜਾਏਗਾ। ਸਿਰਫ ਇੱਕੋ ਚੀਜ਼ ਪੁੱਛੀ ਜਾਏਗੀ ਕਿ ਜੋ ਕਨਸਟੀਟਿਊਸ਼ਨ ਹੈ ਉਹ ਇੱਕ ਆਰਗੈਨਿਕ ਡਾਕੂਮੈਂਟ ਹੈ ਜਾਂ ਨਹੀਂ ਹੈ। ਹੁਣ ਆਰਗੈਨਿਕ ਦਾ ਕੀ ਮਤਲਬ ਹੈ, ਤੁਸੀਂ ਖੁਦ ਪੜ੍ਹਨਾ ਹੈ। ਮੈਂ ਤੁਹਾਨੂੰ ਉਦੋਂ ਦੱਸੂਗਾ ਜਦੋਂ ਅਸੀਂ ਕੋਰਸ ਕਰਾਂਗੇ, ਪਰ ਇਸ ਵੇਲੇ ਤੁਸੀਂ ਅਗਰ ਖੁਦ ਪੜ੍ਹ ਰਹੇ ਹੋ, ਖੁਦ ਕਿਤਾਬ ਤੋਂ ਪੜ੍ਹ ਰਹੇ ਹੋ, ਤੇ ਤੁਹਾਨੂੰ ਪਤਾ ਹੋਣਾ ਚਾਹੀਦਾ। ਉਹ ਤੁਹਾਨੂੰ ਚੈਪਟਰ ਨੰਬਰ 3 ਦੱਸਿਆ ਗਿਆ, ਲక్ష్ਮੀਕਾਂਤ ਦਾ ਚੈਪਟਰ ਨੰਬਰ 3 ਹੈ ਸੈਲੀਐਂਟ ਫੀਚਰ ਆਫ ਦ ਕਨਸਟੀਟਿਊਸ਼ਨ। ਇਹ ਤੁਸੀਂ ਬਹੁਤ ਅੱਛੇ ਤਰੀਕੇ ਨਾਲ ਪੜ੍ਹਨਾ ਹੈ ਗਾਈਜ਼, ਕਿਉਂਕਿ ਇਹ ਬੇਸ ਹੈ ਤੁਹਾਡਾ ਪੋਲਿਟੀ ਦਾ। ਇਹ ਜਦੋਂ ਤੁਸੀਂ ਪੜ੍ਹੋਗੇ ਕਾਫੀ ਸਾਰੇ ਇਹਦੇ 'ਚ ਚੀਜ਼ਾਂ ਆਉਣਗੀਆਂ ਕਿ ਸਭ ਤੋਂ ਪਹਿਲੇ ਤੁਹਾਨੂੰ ਦੱਸੇਗਾ ਇਹਦੇ ਵਿੱਚ ਕੀ ਹੈ, ਲੈਂਥੀਐਸਟ ਰਿਟਨ ਕਨਸਟੀਟਿਊਸ਼ਨ ਹੈ। ਸਭ ਤੋਂ ਪਹਿਲੀ ਚੀਜ਼ ਤਾਂ ਇਹ ਰਿਟਨ ਕਨਸਟੀਟਿਊਸ਼ਨ ਹੈ। ਦੈਟ ਮੀਨਸ ਕਿ ਕੁਝ ਅਨਰਿਟਨ ਨਾਮ ਦੀ ਵੀ ਕੋਈ ਚੀਜ਼ ਹੋਏਗੀ, ਕਿਉਂਕਿ ਅਗਰ ਇੱਥੇ ਇਹਨੇ ਲਿਖਿਆ ਹੈ ਕਿ ਲੈਂਥੀਐਸਟ ਰਿਟਨ ਕਨਸਟੀਟਿਊਸ਼ਨ, ਦੈਟ ਮੀਨਸ ਕਿ ਕੁਛ ਨਾ ਤਾਂ ਗੜਬੜ ਹੈ ਇੱਥੇ। ਹੁਣ ਤੁਸੀਂ ਇਹ ਚੀਜ਼ ਨੂੰ ਇੱਥੋਂ ਪਕੜਨਾ ਹੈ ਕਿ ਅਨਰਿਟਨ ਕਨਸਟੀਟਿਊਸ਼ਨ ਕਿਹੜੀ ਕੰਟਰੀ ਦਾ। ਠੀਕ, ਮੈਂ ਤੁਹਾਨੂੰ ਇਸ ਵੇਲੇ ਨਹੀਂ ਦੱਸੂਗਾ। ਅਗਰ ਫਿਰ ਵੀ ਤੁਹਾਨੂੰ ਪੜ੍ਹ ਕੇ ਨਹੀਂ ਪਤਾ ਲੱਗਦਾ ਤੇ ਫਿਰ ਮੈਂ ਤੁਹਾਨੂੰ ਕੱਲ ਦੱਸੂਗਾ ਇਹਦਾ ਆਨਸਰ ਕੀ ਹੈ, ਪਰ ਇੱਕ ਵਾਰ ਤੁਸੀਂ ਇਸ ਚੀਜ਼ ਨੂੰ ਪੜ੍ਹਨਾ ਹੈ। ਉਹਦੇ ਬਾਅਦ ਆ ਜਾਂਦਾ ਗਾਈਜ਼ ਡਰਾਨ ਫਰੋਮ ਵੇਰੀਅਸ ਸੋਰਸਿਸ। ਇਹ ਜਿਹੜੇ ਸੋਰਸਿਸ ਨੇ ਇਹਦੇ ਉੱਤੇ ਹਮੇਸ਼ਾ ਇੱਕ ਕੁਐਸਚਨ ਤੁਹਾਨੂੰ ਹਮੇਸ਼ਾ ਹੀ ਮਿਲੇਗਾ। ਯੂਪੀਐਸਸੀ ਵਿੱਚ ਵੀ ਮਿਲ ਸਕਦਾ ਹੈ। ਯੂਪੀਐਸਸੀ 'ਚ 100% ਚਾਂਸਸ ਨਹੀਂ ਹੁੰਦੇ, ਪਰ ਪੀਸੀਐਸ ਵਿੱਚ ਅਸੀਂ ਇਹਦੇ ਕੁਐਸਚਨਸ ਦੇ ਕਾਫੀ ਸਾਰੇ ਕੁਐਸਚਨ ਦੇਖ ਸਕਦੇ ਹਾਂ। ਅਲੱਗ-ਅਲੱਗ ਸਟੇਟਸ ਵਿੱਚ ਇਹਦੇ ਜਿਹੜੇ ਕੁਐਸਚਨ ਪੁੱਛੇ ਜਾਂਦੇ ਨੇ ਕਿ ਫੋਰ ਐਗਜ਼ਾਮਪਲ ਡੀਪੀਐਸਪੀ ਅਸੀਂ ਕਿੱਥੋਂ ਲਿਆ, ਠੀਕ ਹੈ, ਜਾਂ ਫਿਰ ਫੰਡਾਮੈਂਟਲ ਰਾਈਟਸ ਦਾ ਸੋਰਸ ਕੀ ਹੈ, ਜਾਂ ਪ੍ਰੀਐਮਬਲ ਦਾ ਸੋਰਸ ਕੀ ਹੈ। ਉਹ ਸਾਰੀਆਂ ਦੀ ਸਾਰੀ ਜਿਹੜੀ ਚੀਜ਼ਾਂ ਨੇ ਉਹ ਤੁਹਾਨੂੰ ਇੱਥੋਂ ਪਤਾ ਲੱਗਣਗੀਆਂ ਇਸ ਸੈਕਿੰਡ ਪੁਆਇੰਟ ਤੋਂ। ਦੈਨ ਥਰਡ ਪੁਆਇੰਟ ਗਾਈਜ਼ ਇਹਦਾ ਹੈਗਾ ਕਿ ਬਲੈਂਡ ਆਫ ਰਿਜਿਡਿਟੀ ਐਂਡ ਫਲੈਕਸੀਬਿਲਿਟੀ। ਹੁਣ ਦੇਖੋ ਇਹ ਬਲੈਂਡ ਹੈ, ਮੀਨਸ ਕਿ ਇੱਥੇ ਰਿਜਿਡਿਟੀ ਵੀ ਹੈ ਤੇ ਫਲੈਕਸੀਬਿਲਿਟੀ ਵੀ ਹੈ ਸਾਡੇ ਕਨਸਟੀਟਿਊਸ਼ਨ ਵਿੱਚ। ਯਾਨੀ ਕਿ ਕਨਸਟੀਟਿਊਸ਼ਨ ਨੂੰ ਚੇਂਜ ਕਰਨਾ ਵਰਡ ਸਾਡੇ ਕਨਸਟੀਟਿਊਸ਼ਨ ਲਈ ਵੈਲਿਡ ਨਹੀਂ ਹੁੰਦਾ। ਜੇ ਸਾਡੇ ਕਨਸਟੀਟਿਊਸ਼ਨ ਵਿੱਚ ਕੁਝ ਚੇਂਜਸ ਲੈ ਕੇ ਆਉਣੀਆਂ ਹੁੰਦੀਆਂ ਉਹਨੂੰ ਅਸੀਂ ਅਮੈਂਡਮੈਂਟ ਕਹਿੰਦੇ ਹਾਂ ਗਾਈਜ਼। ਉਹਨੂੰ ਅਸੀਂ ਕਹਿੰਦੇ ਹਾਂ ਅਮੈਂਡਮੈਂਟ ਲੈ ਕੇ ਆਉਣੀਆਂ। ਤੇ ਅਗਰ ਕੋਈ ਅਮੈਂਡਮੈਂਟ ਲੈ ਕੇ ਆਉਣੀਆਂ ਨੇ ਉਹ ਦੋ ਤਰੀਕੇ ਨਾਲ ਹੋ ਸਕਦੀਆਂ ਨੇ, ਜਾਂ ਤਾਂ ਸਿੰਪਲ ਮੈਜੋਰਿਟੀ ਦੇ ਨਾਲ ਹੋ ਸਕਦੀ ਹੈ ਜਾਂ ਫਿਰ ਸਪੈਸ਼ਲ ਮੈਜੋਰਿਟੀ ਦੇ ਨਾਲ ਹੋ ਸਕਦੀ ਹੈ। ਇਹ ਤੁਹਾਡੇ ਵਿੱਚੋਂ ਕੋਈ ਵੀ ਬੱਚਾ ਇਸ ਵੇਲੇ ਨੋਟ ਕਰਕੇ ਰੱਖ ਸਕਦਾ ਹੈ ਕਿ ਟਾਈਪਸ ਆਫ ਮੈਜੋਰਿਟੀਜ਼ ਮੈਂ ਤੁਹਾਨੂੰ ਪੜ੍ਹਾਉਣੀਆਂ। ਇਹ ਕਿਸੇ ਵੀ ਤੁਸੀਂ ਐਸਪੀਰੈਂਟਸ ਨੂੰ ਪੁੱਛੋਗੇ ਉਹਨਾਂ ਨੂੰ ਕਲੀਅਰ ਨਹੀਂ ਹੁੰਦਾ ਕਿ ਜਿਹੜੀ ਟਾਈਪਸ ਆਫ ਮੈਜੋਰਿਟੀਜ਼ ਕਿਹੜੀਆਂ-ਕਿਹੜੀਆਂ ਹੁੰਦੀਆਂ ਨੇ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਅੱਜ ਦੱਸ ਦਿੰਦਾ, ਤੁਸੀਂ ਅਗਰ ਕੋਈ ਪੁਰਾਣਾ ਤਿਆਰੀ ਕਰ ਵੀ ਰਿਹਾ ਉਹ ਵੀ ਮੈਨੂੰ ਇਸ ਵੇਲੇ ਸੁਣ ਰਹੇ ਹੋਣਗੇ, ਤੇ ਇੰਨੀ ਗੱਲ ਦੇਖੋ ਕਿ ਤੁਹਾਨੂੰ ਪਤਾ ਹੈ ਫੋਰ ਐਗਜ਼ਾਮਪਲ ਅਸੀਂ ਪ੍ਰੈਜ਼ੀਡੈਂਟ ਨੂੰ ਅਗਰ ਰਿਮੂਵ ਕਰਨਾ ਹੈ ਤਾਂ ਸਾਨੂੰ ਸਪੈਸ਼ਲ ਮੈਜੋਰਿਟੀ ਇੱਕ ਚਾਹੀਦੀ ਹੁੰਦੀ ਹੈ, ਠੀਕ ਹੈ। ਤੇ ਕੀ ਉਹ ਸੇਮ ਮੈਜੋਰਿਟੀ ਸਾਨੂੰ ਹਾਈ ਕੋਰਟ ਦੇ ਜੱਜ ਨੂੰ ਰਿਮੂਵ ਕਰਨ ਲਈ ਵੀ ਚਾਹੀਦੀ ਹੁੰਦੀ ਹੈ, ਕਿਉਂਕਿ ਦੋਨੋਂ ਪਾਸੇ ਸਪੈਸ਼ਲ ਮੈਜੋਰਿਟੀ ਹੈ। ਹੁਣ ਇਹਦੇ 'ਚ ਫਰਕ ਕੀ ਹੈ,
ਉਹ ਸਾਨੂੰ ਤਾਂ ਹੀ ਪਤਾ ਲੱਗੇਗਾ ਜੇ ਅਸੀਂ ਟਾਈਪਸ ਆਫ ਮੈਜੋਰਿਟੀਜ਼ ਪੜ੍ਹੀਆਂ ਹੋਣਗੀਆਂ। ਠੀਕ ਹੈ, ਇਹ ਅਸੀਂ ਇਹਦੇ ਤੋਂ ਜਿਹੜਾ ਪੁਆਇੰਟ ਨੰਬਰ 3 ਹੈ, ਬਲੈਂਡ ਆਫ ਰਿਜਿਡਿਟੀ ਐਂਡ ਫਲੈਕਸੀਬਿਲਿਟੀ, ਇੱਥੇ ਸਾਨੂੰ ਇਹ ਪਤਾ ਲੱਗੇਗਾ ਕਿ ਕੁਝ ਜਿਹੜੇ ਆਰਟੀਕਲਸ ਨੇ ਉਹ ਅਸੀਂ ਸਿੰਪਲ ਮੈਜੋਰਿਟੀ ਦੇ ਨਾਲ, ਯਾਨੀ ਕਿ 50% ਸਾਡੇ ਕੋਲ ਹੋਏਗੀ, ਯਾਨੀ ਕਿ ਅਗਰ 51% ਵੋਟਸ ਸਾਨੂੰ ਮਿਲ ਜਾਂਦੀਆਂ ਨੇ, ਉਹਦੇ ਬਾਅਦ ਅਸੀਂ ਆਪਣੇ ਕਨਸਟੀਟਿਊਸ਼ਨ ਵਿੱਚ ਚੇਂਜ ਲੈ ਕੇ ਆ ਸਕਦੇ ਹਾਂ। ਤੇ ਕੁਝ ਆਰਟੀਕਲਸ ਇਦਾਂ ਦੇ ਨੇ ਜਿੱਥੇ ਸਾਨੂੰ 2/3 ਯਾਨੀ ਕਿ 75% ਤੋਂ ਜ਼ਿਆਦਾ ਵੋਟਸ ਚਾਹੀਦੀਆਂ ਨੇ, ਉਹਦੇ ਬਾਅਦ ਹੀ ਅਸੀਂ ਕੋਈ ਵੀ ਚੇਂਜ ਲੈ ਕੇ ਆ ਸਕਦੇ ਹਾਂ। ਯਾਨੀ ਕਿ ਸਾਡਾ ਜਿਹੜਾ ਕਨਸਟੀਟਿਊਸ਼ਨ ਹੈ ਉਹ ਬਲੈਂਡ ਹੈ ਦੋਨਾਂ ਦਾ। ਫੋਰਥ ਪੁਆਇੰਟ ਗਾਈਜ਼ ਇਹਦੇ ਵਿੱਚ ਹੈ ਫੈਡਰਲ ਸਿਸਟਮ ਵਿਦ ਯੂਨਿਟਰੀ ਬਾਇਸ। ਹੁਣ ਇਹਦੇ ਵਿੱਚ ਸਭ ਤੋਂ ਪਹਿਲੇ ਤੁਹਾਨੂੰ ਸਮਝਣਾ ਪਏਗਾ ਕਿ ਫੈਡਰਲ ਸਿਸਟਮ ਕੀ ਹੁੰਦਾ ਤੇ ਯੂਨਿਟਰੀ ਸਿਸਟਮ ਕੀ ਹੁੰਦਾ। ਇਹ ਤੁਹਾਨੂੰ ਜਦੋਂ ਕੋਰਸ ਸਟਾਰਟ ਹੋਏਗਾ, ਯਾਨੀ ਕਿ ਕੱਲ ਤੋਂ ਅਸੀਂ ਸਭ ਤੋਂ ਪਹਿਲੇ ਜਿਹੜੇ ਬੇਸਿਕਸ ਟਰਮਸ ਨੇ, ਲਾਈਕ ਫੈਡਰਲਿਜ਼ਮ ਕੀ ਹੁੰਦਾ ਹੈ, ਸੈਕੂਲਰਿਜ਼ਮ ਕੀ ਹੁੰਦਾ ਹੈ, ਕਨਸਟੀਟਿਊਸ਼ਨ ਤੋਂ ਆਪਾਂ ਸਟਾਰਟ ਕਰਾਂਗੇ ਕਿ ਕਨਸਟੀਟਿਊਸ਼ਨ ਕੀ ਹੁੰਦਾ ਹੈ, ਤੇ ਉਹਦੇ ਬਾਅਦ ਕਨਸਟੀਟਿਊਸ਼ਨਲਿਜ਼ਮ ਕੀ ਹੁੰਦਾ, ਜਿਹੜਾ ਕਿ ਵੈਰੀ ਫੇਵਰਿਟ ਕੁਐਸਚਨ ਹੈ ਆਫ UPSC, ਉਹਨੂੰ ਜ਼ਰੂਰ ਅਸੀਂ ਤਿਆਰ ਕਰਨਾ ਹੈ। ਠੀਕ ਹੈ, ਉਹਦੇ ਬਾਅਦ ਫੈਡਰਲ ਸਿਸਟਮ ਐਂਡ ਯੂਨਿਟਰੀ ਸਿਸਟਮ ਵੀ ਅਸੀਂ ਪੜਾਂਗੇ। ਫਿਰ ਪ੍ਰੈਜ਼ੀਡੈਂਟ ਤੇ ਪਾਰਲੀਮੈਂਟਰੀ, ਇਹ ਦੋ ਤਰੀਕੇ ਦੇ ਗਾਈਜ਼ ਹੁੰਦੇ ਸਿਸਟਮ, ਅਸੀਂ ਦੋਵਾਂ ਨੂੰ ਪੜਨਾ ਹੈ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨਸ ਨੇ, ਤਾਂ ਹੀ ਕਰਕੇ ਮੈਂ ਅੱਜ ਤੁਹਾਨੂੰ ਫੀਚਰਸ ਜਿਹੜੇ ਨੇ ਉਹ ਪੜਨ ਦੇ ਲਈ ਦੇ ਰਿਹਾ, ਤਾਂ ਕਿ ਥੋੜਾ ਬਹੁਤ ਤੁਹਾਨੂੰ ਆਈਡੀਆ ਹੋ ਜਾਏਗਾ ਕਿ ਸਾਡਾ ਕਨਸਟੀਟਿਊਸ਼ਨ ਕੀ ਕਹਿ ਰਿਹਾ ਹੈ, ਕਿਸ ਤਰੀਕੇ ਦਾ ਸਿਸਟਮ ਫੋਲੋ ਕਰ ਰਿਹਾ ਹੈ। ਜਿਹੜਾ ਕਿ ਪੁਆਇੰਟ ਨੰਬਰ 5 ਤੁਹਾਨੂੰ ਇੱਥੇ ਦੱਸੇਗਾ ਕਿ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ। ਹੁਣ ਇੱਥੋਂ ਸਿਰਫ ਅਸੀਂ ਇੰਨਾ ਨਹੀਂ ਪੜਨਾ ਕਿ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਕੀ ਹੁੰਦੀ ਹੈ, ਤੁਹਾਨੂੰ ਦੂਸਰੀ ਫਾਰਮ ਆਫ ਗਵਰਨਮੈਂਟ ਦਾ ਵੀ ਪਤਾ ਹੋਣਾ ਚਾਹੀਦਾ। ਮੈਂ ਤੁਹਾਨੂੰ ਦੱਸਿਆ ਪ੍ਰੈਜ਼ੀਡੈਂਸ਼ੀਅਲ, ਠੀਕ ਹੈ, ਕਿ ਉਹ ਫਾਰਮ ਆਫ ਗਵਰਨਮੈਂਟ ਕੀ ਹੁੰਦੀ ਹੈ, ਕਿਉਂ ਨਹੀਂ ਫੋਲੋ ਕੀਤਾ ਗਿਆ ਉਹ ਸਾਡੇ ਕਨਸਟੀਟਿਊਸ਼ਨ ਵਿੱਚ, ਇਹਦਾ ਜਵਾਬ ਤੁਹਾਡੇ ਕੋਲ ਹੋਣਾ ਚਾਹੀਦਾ। ਫੋਰ ਐਗਜ਼ਾਮਪਲ, ਅਗਰ ਸਾਡੇ ਵਿੱਚ ਕੋਈ ਵੀ UPSC ਦਾ ਕੈਂਡੀਡੇਟ ਇਸ ਵੇਲੇ ਜੁੜਿਆ ਹੋਇਆ, ਉਹਨਾਂ ਨੂੰ ਇਸ ਚੀਜ਼ ਦੇ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ। ਅਗਰ ਨਹੀਂ ਪਤਾ, ਦੈਟ ਮੀਨਸ ਕਿ ਉਹ ਰਾਈਟ ਟਰੈਕ ਦੇ ਉੱਤੇ ਨਹੀਂ ਹੈ, ਕਿਉਂਕਿ ਇਹ UPSC ਕਈ ਵਾਰੀ ਇਹ ਕੁਐਸਚਨ ਪੁੱਛ ਚੁੱਕਿਆ ਹੈ, ਜਿਹਨੂੰ ਦੇਖਦੇ ਹੋਏ PCS ਨੇ ਵੀ ਇਹ ਕੁਐਸਚਨ ਕਈ ਵਾਰੀ ਪੁੱਛਿਆ ਹੈ ਕਿ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਤੇ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਵਿੱਚ ਕੀ ਫਰਕ ਹੈ। ਠੀਕ ਹੈ, ਇਹਦੇ ਜਿਹੜੇ ਪੁਆਇੰਟਸ ਨੇ ਉਹ ਮੈਂ ਤੁਹਾਨੂੰ ਲਿਖਵਾ ਦੂੰਗਾ, ਪਰ ਲਿਖਵਾਉਂਗਾ ਉਹਦੇ ਜਦੋਂ ਅਸੀਂ ਮੇਨਸ ਦੀ ਤਿਆਰੀ ਕਰਦੇ ਹੋਵਾਂਗੇ, ਪਰ ਪ੍ਰੀ ਦੇ ਲਈ ਜਿੰਨਾ ਕੁ ਰਿਕੁਆਇਰਡ ਹੋਏਗਾ ਉਹ ਮੈਂ ਤੁਹਾਨੂੰ ਇਸੇ ਕੋਰਸ ਵਿੱਚ ਫਟਾਫਟ ਕਰਵਾਉਂਦਾ ਰਹੂੰਗਾ। ਦੈਨ ਗਾਈਜ਼, ਇਦਾਂ ਹੀ ਸਾਡੇ ਨੈਕਸਟ ਕਾਫੀ ਸਾਰੇ ਪੁਆਇੰਟਸ ਨੇ, ਇਹ ਸਾਰੇ ਦੇ ਸਾਰੇ ਪੁਆਇੰਟਸ ਤੁਸੀਂ ਪੜ੍ਹਨੇ ਆ। ਟੋਟਲ ਮੈਂ ਦੇਖ ਰਿਹਾ ਇੱਥੇ ਤਕਰੀਬਨ 17 ਪੁਆਇੰਟਸ ਦਿੱਤੇ ਹੋਏ ਆ 6th ਐਡੀਸ਼ਨ ਦੇ ਵਿੱਚ। 17 ਫੀਚਰਸ ਨੇ, ਤੇ 17 ਫੀਚਰਸ ਤੁਸੀਂ ਪੜ੍ਹ ਕੇ ਆਣੇ ਆ। ਮੈਂ ਤੁਹਾਨੂੰ ਗਾਰੰਟੀ ਨਾਲ ਕਹਿਣਾ ਕਿ ਤੁਹਾਨੂੰ ਇਹਨਾਂ ਵਿੱਚੋਂ 15th ਨਹੀਂ ਸਮਝ ਆਏਗਾ ਅਗਰ ਤੁਸੀਂ ਪਹਿਲੇ ਨਹੀਂ ਪੜ੍ਹ ਰੱਖਿਆ। ਠੀਕ ਹੈ, 17th ਨਹੀਂ ਸਮਝ ਆਏਗਾ। ਇਹ ਤੁਹਾਨੂੰ ਇਹਨਾਂ ਵਿੱਚੋਂ ਜਿਹੜੇ ਵੀ ਸਮਝ ਆਣਗੇ ਤੁਸੀਂ ਸਿਰਫ ਉਹਨਾਂ ਨੂੰ ਪੜ੍ਹਨਾ ਹੈ, ਬਾਕੀ ਆਪਣੇ ਮੈਂਟਲ ਪ੍ਰੈਸ਼ਰ ਨਹੀਂ ਕੋਈ ਵੀ ਲੈਣਾ, ਕਿਉਂਕਿ ਜਿਹੜਾ ਇਹਦੇ ਚ ਅਸੀਂ ਦੇਖਾਂਗੇ 8th ਪੁਆਇੰਟ, ਜਿਹੜਾ ਕੀ ਹੈ ਫੰਡਾਮੈਂਟਲ ਰਾਈਟਸ। ਅਸੀਂ ਫੰਡਾਮੈਂਟਲ ਰਾਈਟਸ ਨੂੰ ਘੱਟੋ ਘੱਟ ਨਹੀਂ ਤਾਂ ਅਸੀਂ 3-4 ਦਿਨ ਸਾਨੂੰ ਦੇਣੇ ਪੈਣਗੇ, ਕਿਉਂਕਿ ਫੰਡਾਮੈਂਟਲ ਰਾਈਟਸ ਵਿੱਚੋਂ 2 ਤੋਂ 3 ਕੁਐਸਚਨ ਸਿਰਫ ਪ੍ਰੀ ਦੇ ਵਿੱਚ ਪੁੱਛ ਲਏ ਜਾਂਦੇ ਆ, ਤੇ ਬਹੁਤ ਜ਼ਿਆਦਾ ਇੰਪੋਰਟੈਂਟ ਪੁਆਇੰਟ ਨੇ, ਇਹਨੂੰ ਅਸੀਂ ਇਦਾਂ ਮਿਸ ਨਹੀਂ ਕਰ ਸਕਦੇ। ਹੁਣ ਦੇਖੋ, ਜਿੱਦਾਂ ਕਿ ਇਹਦੇ ਚ ਸਾਨੂੰ ਦੱਸਿਆ ਹੋਇਆ ਹੈ 8th ਪੁਆਇੰਟ ਦੇ ਵਿੱਚ ਕਿ ਫੰਡਾਮੈਂਟਲ ਰਾਈਟਸ ਗਿਵਨ ਨੇ, ਦੈਨ 10th ਪੁਆਇੰਟ ਵਿੱਚ ਸਾਨੂੰ ਦੱਸਿਆ ਹੋਇਆ ਹੈ ਕਿ ਫੰਡਾਮੈਂਟਲ ਡਿਊਟੀਜ਼ ਨੇ, 9th ਪੁਆਇੰਟ ਵਿੱਚ ਸਾਨੂੰ DPSPs ਦੇ ਬਾਰੇ ਦੱਸਿਆ ਹੋਇਆ ਹੈ, ਯਾਨੀ ਕਿ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ। ਹੁਣ ਇਹ ਜਿਹੜੇ ਪੁਆਇੰਟਸ ਨੇ ਇਹ ਤੁਹਾਨੂੰ ਬਿਨਾਂ ਸਮਝੇ ਨਹੀਂ ਆ ਸਕਦੇ ਗਾਈਜ਼, ਤੇ ਮੈਂ ਥੋੜਾ ਤੁਹਾਨੂੰ ਇਹਦੇ ਬਾਰੇ ਹੁਣ ਦੱਸਣ ਦੀ ਕੋਸ਼ਿਸ਼ ਕਰੂੰਗਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਸਾਡਾ ਕਨਸਟੀਟਿਊਸ਼ਨ ਹੈ ਉਹ ਬਹੁਤ ਹੀ ਸੋਹਣੇ ਢੰਗ ਦੇ ਨਾਲ ਲਿਖਿਆ ਹੋਇਆ ਹੈ। ਠੀਕ ਹੈ, ਉਸ ਕਨਸਟੀਟਿਊਸ਼ਨ ਵਿੱਚ ਆਪਾਂ ਦੇਖਦੇ ਹਾਂ ਕਿ ਕਈ ਸਾਰੇ ਪਾਰਟਸ ਗਿਵਨ ਨੇ ਗਾਈਜ਼। ਠੀਕ ਹੈ, ਉਹ ਪਾਰਟਸ ਨੂੰ ਫਿਰ ਇਹਨਾਂ ਨੇ ਆਰਟੀਕਲਸ ਦੇ ਵਿੱਚ ਜਿਵੇਂ ਹਰ ਚੀਜ਼ ਲਿਖੀ ਹੋਈ ਆ। ਹੁਣ ਦੇਖੀਏ ਗਾਈਜ਼, ਸਭ ਤੋਂ ਪਹਿਲੇ ਆਪਾਂ ਜਦੋਂ ਵੀ ਇੱਕ ਸਟੇਟ ਬਣਾਉਣੀ ਹੁੰਦੀ ਆ, ਇੱਕ ਦੇਸ਼ ਬਣਾਉਣਾ ਹੁੰਦਾ ਹੈ, ਉਹ ਜਦੋਂ ਦੇਸ਼ ਅਸੀਂ ਬਣਾਉਂਦੇ ਹਾਂ ਸਭ ਤੋਂ ਪਹਿਲੇ ਅਸੀਂ ਉਹਦੀ ਬਾਉਂਡਰੀਜ਼ ਤੈਅ ਕਰਦੇ ਹਾਂ ਕਿ ਉਹਦੀ ਬਾਉਂਡਰੀ ਕੀ ਹੈ। ਠੀਕ ਹੈ, ਇਸੇ ਤਰੀਕੇ ਨਾਲ ਅਸੀਂ ਦੇਖੀਏ ਤੇ ਸਾਡੇ ਕਨਸਟੀਟਿਊਸ਼ਨ ਦੀ ਸਟਾਰਟਿੰਗ ਵੀ ਉੱਥੋਂ ਹੀ ਹੁੰਦੀ ਹੈ, ਯੂਨੀਅਨ ਐਂਡ ਇਟਸ ਟੈਰੀਟਰੀ। ਠੀਕ ਹੈ, ਹੁਣ ਉਸ ਤੋਂ ਵੀ ਅਗਰ ਪਹਿਲੇ ਆ ਜਾਈਏ, ਤੁਸੀਂ ਕੋਈ ਵੀ ਅਗਰ ਕਿਤਾਬ ਪਕੜ ਲਓ ਆਪਣੇ ਹੱਥ ਵਿੱਚ, ਉਹ ਕਿਤਾਬ ਦੇ ਸਭ ਤੋਂ ਪਹਿਲੇ ਤੁਸੀਂ ਦੇਖਦੇ ਹੋ ਕਿ ਪ੍ਰੀਫੇਸ ਲਿਖਿਆ ਹੁੰਦਾ ਹੈ ਜਾਂ ਇੰਟਰੋਡਕਸ਼ਨ ਲਿਖੀ ਹੁੰਦੀ ਹੈ। ਉਹ ਆਥਰ ਨੇ ਲਿਖਿਆ ਹੁੰਦਾ ਹੈ ਕਿ ਇਸ ਕਿਤਾਬ ਵਿੱਚ ਉਹ ਕੀ ਚੀਜ਼ ਦੇਣਾ ਚਾਹੁੰਦਾ ਹੈ। ਫੋਰ ਐਗਜ਼ਾਮਪਲ, ਤੁਸੀਂ ਆਪਣੀ ਲక్ష్ਮੀਕਾਂਤ ਨੂੰ ਵੀ ਉਠਾਉਂਦੇ ਹੋ, ਸਭ ਤੋਂ ਪਹਿਲੇ ਪ੍ਰੀਫੇਸ ਦੱਸਿਆ ਹੁੰਦਾ, ਉਹਦੇ ਦੱਸਿਆ ਹੁੰਦਾ ਕਿ ਇਸ ਬੁੱਕ ਦੇ ਵਿੱਚ ਤੁਹਾਨੂੰ ਕੀ ਚੀਜ਼ਾਂ ਮਿਲਣਗੀਆਂ ਫਰਦਰ। ਉਦਾਂ ਹੀ ਜਿਹੜਾ ਸਾਡਾ ਕਨਸਟੀਟਿਊਸ਼ਨ ਹੈਗਾ, ਇਸ ਕਨਸਟੀਟਿਊਸ਼ਨ ਦਾ ਜਿਹੜਾ ਪ੍ਰੀਫੇਸ ਹੈ ਜਾਂ ਇੰਟਰੋਡਕਸ਼ਨ ਹੈ, ਉਹ ਕੀ ਚੀਜ਼ ਹੈ, ਉਹ ਹੁਣ ਅਸੀਂ ਕੱਲ ਹੀ ਪੜ੍ਹਿਆ ਕਿ ਪ੍ਰੀਐਮਬਲ ਹੈ, ਰਾਈਟ। ਪ੍ਰੀਐਮਬਲ ਜਿਹੜਾ ਹੈ ਉਹ ਕਨਸਟੀਟਿਊਸ਼ਨ ਦਾ ਪਾਰਟ ਹੈ ਜਾਂ ਨਹੀਂ, ਇਹ ਕੁਐਸਚਨ ਵੀ UPSC ਪੁੱਛ ਚੁੱਕਿਆ ਤੇ PCS ਵੀ ਪੁੱਛ ਚੁੱਕਿਆ, ਤੇ ਇਹਦਾ ਆਨਸਰ ਤੁਹਾਨੂੰ ਪਤਾ ਹੋਣਾ ਚਾਹੀਦਾ, ਯੈਸ।
ਤੇ ਦੂਸਰਾ ਕੁਐਸਚਨ ਗਾਇਸ ਜਿਹੜਾ ਪੁੱਛਿਆ ਗਿਆ ਹੈ, ਉਹ ਹੈ ਕਿ ਕੀ ਅਸੀਂ ਪ੍ਰੀਐਮਬਲ ਅਮੈਂਡ ਕਰ ਸਕਦੇ ਹਾਂ ਜਾਂ ਨਹੀਂ ਕਰ ਸਕਦੇ। ਅਗਰ ਕੋਈ ਵੀ ਬੱਚਾ ਇਹਦਾ ਜਵਾਬ ਦੇਣਾ ਚਾਹੁੰਦਾ ਹੈ ਤੇ ਪਲੀਜ਼ ਦਿਓ। ਕੀ ਅਸੀਂ ਪ੍ਰੀਐਮਬਲ ਨੂੰ ਅਮੈਂਡ ਕਰ ਸਕਦੇ ਹਾਂ ਗਾਇਸ? ਓਕੇ, ਕੋਈ ਜਵਾਬ ਦੇਣਾ ਚਾਹੁੰਦਾ ਤੇ ਦੇ ਸਕਦਾ ਹੈ। ਮੈਂ ਤੁਹਾਨੂੰ ਅਲਾਓ ਕਰ ਰਿਹਾ ਕਿ ਤੁਸੀਂ ਬੋਲ ਸਕੋ। ਹਾਂਜੀ ਕਰ ਸਕਦੇ ਸਰ ਅਮੈਂਡ। ਕਰ ਸਕਦੇ ਰਾਈਟ ਰਾਈਟ। ਤੇ ਹੁਣ ਤੱਕ ਕਦੀ ਵੀ ਜਿਹੜਾ ਸੌਰੀ ਪ੍ਰੀਐਮਬਲ ਹੈ ਉਹ ਕਦੇ ਵੀ ਅਮੈਂਡ ਹੋਇਆ? ਇੱਕ ਵਾਰ ਹੋਇਆ ਸਰ। ਇੱਕ ਇੱਕ ਕਰਕੇ ਜਵਾਬ ਦਿਓ ਪਲੀਜ਼। ਸਰ ਇੱਕ ਵਾਰ ਹੋਇਆ ਅਮੈਂਡ ਜੀ। ਠੀਕ ਹੈ ਜੀ, ਕਦੋਂ ਹੋਇਆ? ਇਹ ਨਹੀਂ ਪਤਾ ਸਰ। ਕੁਨਾਲਪ੍ਰੀਤ ਸਿੰਘ, ਰਾਈਟ। ਸਿਰਫ ਤੇ ਸਿਰਫ 42 ਅਮੈਂਡਮੈਂਟ ਦੇ ਵੇਲੇ ਹੋਇਆ। ਉਹਦੇ ਬਾਅਦ ਸਾਡਾ ਪ੍ਰੀਐਮਬਲ ਕਦੀ ਵੀ ਅਮੈਂਡ ਨਹੀਂ ਹੋਇਆ। ਬਟ ਅਗਰ ਤੁਹਾਨੂੰ ਕੁਐਸਚਨ ਇਹ ਆਉਂਦਾ ਕਿ ਅਮੈਂਡ ਹੋ ਸਕਦਾ ਹੈ ਤੇ ਯੈਸ, ਕੋਈ ਵੀ ਚੀਜ਼ ਅਮੈਂਡ ਹੋ ਸਕਦੀ ਹੈ। ਠੀਕ ਹੈ, ਕੋਈ ਵੀ ਚੀਜ਼ ਅਮੈਂਡ ਹੋ ਸਕਦੀ ਹੈ। ਇਹਦੇ ਉੱਤੇ ਅਸੀਂ ਡਿਸਕਸ਼ਨ ਕਰਾਂਗੇ ਜਦੋਂ ਅਸੀਂ ਫੰਡਾਮੈਂਟਲ ਰਾਈਟ ਪੜਾਂਗੇ। ਉਹਦੇ 'ਚ ਲਿਖਿਆ ਹੈ ਕਿ ਸਾਡੇ ਫੰਡਾਮੈਂਟਲ ਰਾਈਟ ਜਿਹੜੇ ਨੇ ਉਹਨਾਂ ਨੂੰ ਲਾਈਕ ਸਟੇਟ ਜਿਹੜੀ ਹੈ, ਸਟੇਟ ਬੋਲੀਏ ਤੇ ਗਵਰਨਮੈਂਟ ਜਿਹੜੀ ਹੈ, ਸਰਕਾਰ ਜਿਹੜੀ ਹੈ, ਉਹ ਉਹਨੂੰ ਕਰਬ ਨਹੀਂ ਕਰ ਸਕਦੀ। ਕਰਬ ਨਹੀਂ ਕਰ ਸਕਦੀ ਮਤਲਬ ਕਿ ਉਹਨੂੰ ਉਹਦਾ ਹਨਨ ਨਹੀਂ ਕਰ ਸਕਦੀ। ਸਾਡੇ ਜਿਹੜੇ ਫੰਡਾਮੈਂਟਲ ਰਾਈਟ ਨੇ ਉਹਨਾਂ ਨੂੰ ਲਿਆ ਨਹੀਂ ਜਾ ਸਕਦਾ। ਠੀਕ ਹੈ, ਬਟ ਮੈਂ ਤੁਹਾਨੂੰ ਕਹਿ ਦਵਾਂ ਕਿ ਉਹਦੇ ਵਿੱਚ ਵੀ ਅਮੈਂਡਮੈਂਟ ਹੋ ਸਕਦੀ ਹੈ। ਅਗਰ ਤੁਹਾਨੂੰ ਕੁਐਸਚਨ ਹੈ ਪੁੱਛ ਲਿਆ ਜਾਂਦਾ ਹੈ ਕਿ ਕੀ ਫੰਡਾਮੈਂਟਲ ਰਾਈਟਸ ਵਿੱਚ ਅਮੈਂਡਮੈਂਟ ਹੋ ਸਕਦੀ ਹੈ ਤੇ ਹੋ ਸਕਦੀ ਹੈ। ਬਾਕੀ ਫਰਦਰ ਅਸੀਂ ਇਹਦੇ ਉੱਤੇ ਡਿਸਕਸ਼ਨ ਕਰਾਂਗੇ ਜਦੋਂ ਅਸੀਂ ਫੰਡਾਮੈਂਟਲ ਰਾਈਟ ਪੜਾਂਗੇ। ਇਸ ਵੇਲੇ ਤੁਹਾਡਾ ਜਿਹੜਾ ਅੱਜ ਦਾ ਕੰਮ ਹੈ ਉਹ ਇਹੀ ਹੈ ਕਿ ਤੁਸੀਂ ਸੇਲੀਅਨ ਫੀਚਰ ਨੂੰ ਅੱਛੇ ਤਰੀਕੇ ਨਾਲ ਪੜ੍ਹਨਾ ਹੈ। ਇਹਨੂੰ ਮਿਸ ਨਹੀਂ ਕਰਨਾ ਗਾਇਸ। ਇਸ ਵੇਲੇ ਤੁਹਾਨੂੰ ਲੱਗ ਰਿਹਾ ਹੈ ਕਿ ਕੁਛ ਨਹੀਂ ਹੈ ਜਾਂ ਪੜ੍ਹਨ ਦਾ ਕੋਈ ਜ਼ਿਆਦਾ ਫਾਇਦਾ ਨਹੀਂ ਹੈ ਇਸ ਚੀਜ਼ ਦਾ, ਪਰ ਡੈਫੀਨੇਟਲੀ ਇਸ ਚੀਜ਼ ਦਾ ਫਾਇਦਾ ਇਹਦੇ ਤੋਂ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡਾ ਕਨਸਟੀਟਿਊਸ਼ਨ ਕਿਸ ਤਰੀਕੇ ਨਾਲ ਲਿਖਿਆ ਗਿਆ ਹੈ ਜਾਂ ਤੁਹਾਡਾ ਕਨਸਟੀਟਿਊਸ਼ਨ ਬੇਸਿਕਲੀ ਹੈ ਕਿ ਉਹਦੇ 'ਚ ਕੀ ਕੀ ਚੀਜ਼ਾਂ ਦਿੱਤੀਆਂ ਹੋਈਆਂ ਨੇ ਤੁਹਾਨੂੰ। ਹੁਣ ਅਸੀਂ ਗੱਲ ਕਰ ਰਹੇ ਸੀਗੇ ਕਿ ਸਭ ਤੋਂ ਪਹਿਲੇ ਸਾਡੇ ਕਨਸਟੀਟਿਊਸ਼ਨ ਜਾਂ ਜਦੋਂ ਅਸੀਂ ਕੋਈ ਦੇਸ਼ ਬਣਾਉਣਾ ਹੁੰਦਾ ਹੈ ਉਹਦੀ ਪਹਿਲੇ ਅਸੀਂ ਹੱਦਾਂ ਤੈਅ ਕਰਦੇ ਹਾਂ। ਠੀਕ ਹੈ, ਉਹਦੇ 'ਚ ਪਹਿਲੇ ਅਸੀਂ ਦੇਖਦੇ ਹਾਂ ਕਿ ਯੂਨੀਅਨ ਕੀ ਹੋਏਗਾ ਸਾਡਾ ਜਾਂ ਟੈਰੀਟਰੀਜ਼ ਕੀ ਹੋਣਗੀਆਂ। ਰਾਈਟ, ਉਹਦੇ 'ਚ ਇਸੇ ਤਰੀਕੇ ਨਾਲ ਸਾਡਾ ਕਨਸਟੀਟਿਊਸ਼ਨ ਵੀ ਲਿਖਿਆ ਗਿਆ। ਸਭ ਤੋਂ ਪਹਿਲੇ ਅਸੀਂ ਦੱਸਿਆ ਕਿ ਯੂਨੀਅਨ ਐਂਡ ਇਟਸ ਟੈਰੀਟਰੀ। ਰਾਈਟ, ਉਹਦੇ ਬਾਅਦ ਨੈਕਸਟ ਜਦੋਂ ਅਸੀਂ ਦੇਸ਼ ਬਣਾ ਲੈਂਦੇ ਹਾਂ ਅਸੀਂ ਸਾਨੂੰ ਉਹਦੇ 'ਚ ਰਹਿਣ ਦੇ ਲਈ ਲੋਕ ਵੀ ਚਾਹੀਦੇ ਨੇ। ਉਹ ਲੋਕ ਜਿਹੜੇ ਨੇ ਏਦਾਂ ਥੋੜਾ ਕਿ ਅਸੀਂ ਕਿਸੇ ਨੂੰ ਵੀ ਆਉਣ ਦੇਵਾਂਗੇ ਕਿ ਆ ਜਾ ਤੂੰ ਸਾਡੇ ਦੇਸ਼ 'ਚ ਰਹਿ ਸਕਦਾ ਹੈ, ਏਦਾਂ ਨਹੀਂ ਹੁੰਦਾ। ਤੁਹਾਨੂੰ ਉਸ ਦੇਸ਼ ਦੀ ਜਿਹੜੀ ਨਾਗਰਿਕਤਾ ਚਾਹੀਦੀ ਹੁੰਦੀ ਹੈ। ਇਸੇ ਲਈ ਸਾਡਾ ਜਿਹੜਾ ਕਨਸਟੀਟਿਊਸ਼ਨ ਹੈ ਨੈਕਸਟ ਗੱਲ ਕਰਦਾ ਸਿਟੀਜ਼ਨਸ਼ਿਪ ਦੇ ਬਾਰੇ ਗਾਈਸ। ਠੀਕ ਹੈ, ਇਸੇ ਤਰੀਕੇ ਨਾਲ ਸਾਡਾ ਜਿਹੜਾ ਕਨਸਟੀਟਿਊਸ਼ਨ ਹੈ ਬਿਊਟੀਫੁਲੀ ਲਿਖਿਆ ਹੋਇਆ। ਹਰ ਇੱਕ ਚੀਜ਼ ਦਾ ਮਤਲਬ ਹੈ, ਜਿੱਥੇ ਜਿਹੜੀ ਚੀਜ਼ ਦਿੱਤੀ ਹੋਈ ਹੈ ਉਹਦਾ ਉੱਥੇ ਮਤਲਬ ਬਣਦਾ ਹੈ। ਹੁਣ ਜਦੋਂ ਆਪਾਂ ਸਿਟੀਜ਼ਨਸ ਨੂੰ ਆਪਾਂ ਰਾਈਟਸ ਨਹੀਂ ਦੇਵਾਂਗੇ, ਠੀਕ ਹੈ, ਤੇ ਉਹ ਗਰੋ ਨਹੀਂ ਕਰ ਪਾਣਗੇ। ਕਿਉਂਕਿ ਸਾਨੂੰ ਪਤਾ ਹੈ ਕਿ ਅਸੀਂ ਇੰਨੇ ਸਾਲ ਜਿਹੜੇ ਬ੍ਰਿਟਿਸ਼ਰਸ ਦੇ ਅੰਡਰ ਸੀਗੇ ਉਸ ਵੇਲੇ ਜਿਹੜੇ ਸਾਡੇ ਫੰਡਾਮੈਂਟਲ ਰਾਈਟਸ ਕਰਵ ਹੋਏ ਸੀਗੇ ਗਾਈਸ। ਦੈਟਸ ਵਾਈ ਜਦੋਂ ਅਸੀਂ ਕਨਸਟੀਟਿਊਸ਼ਨ ਬਣਾਇਆ ਤੇ ਅਸੀਂ ਆਪਣੇ ਨਾਗਰਿਕ ਜਿਹੜੇ ਸੀਗੇ ਉਹਨਾਂ ਨੂੰ ਸਭ ਤੋਂ ਪਹਿਲੇ ਅਸੀਂ ਫੰਡਾਮੈਂਟਲ ਰਾਈਟ ਦੇਣ ਦੇ ਲਈ ਫੰਡਾਮੈਂਟਲ ਰਾਈਟਸ ਨੂੰ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਲਿਖਿਆ। ਠੀਕ, ਉਹਦੇ ਬਾਅਦ ਅਸੀਂ ਡੀਪੀਐਸਪੀਜ਼ ਬਣਾਏ ਗਾਈਸ। ਡੀਪੀਐਸਪੀਜ਼ ਕੀ ਹੁੰਦੇ ਨੇ? ਇਹ ਦਿਸ਼ਾ ਨਿਰਦੇਸ਼ ਹੁੰਦੇ ਆ। ਦਿਸ਼ਾ ਨਿਰਦੇਸ਼ ਹੁੰਦੇ ਆ ਸਟੇਟ ਦੇ ਲਈ। ਸਟੇਟ ਜੇ ਅਸੀਂ ਗੱਲ ਕਰੀਏ ਇੱਥੇ ਸਟੇਟ ਦਾ ਮਤਲਬ ਆ ਜਾਂਦਾ ਹੈ ਗਵਰਨਮੈਂਟ। ਇਹ ਜਦੋਂ ਅਸੀਂ ਆਰਟੀਕਲ ਨੰਬਰ 12 ਪੜਾਂਗੇ, ਜਦੋਂ ਆਪਣਾ ਫੰਡਾਮੈਂਟਲ ਰਾਈਟ ਸਟਾਰਟ ਹੋਏਗਾ ਉਸ ਵੇਲੇ ਮੈਂ ਤੁਹਾਨੂੰ ਸਟੇਟ ਦਾ ਮਤਲਬ ਦੱਸੂਗਾ ਕਿ ਸਟੇਟ ਅਸੀਂ ਕਿਹਨੂੰ ਕਹਿੰਦੇ ਹਾਂ, ਅਸੀਂ ਗੱਲ ਕਿਹਦੀ ਕਰ ਰਹੇ ਹਾਂ। ਤੇ ਡੀਪੀਐਸਪੀ ਜੋ ਮੈਂ ਕਹਿ ਰਿਹਾ ਉਹਨੂੰ ਕਹਿੰਦੇ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ। ਸਟੇਟ ਨੇ ਜਦੋਂ ਕੋਈ ਵੀ ਪਾਲਿਸੀ ਬਣਾਉਣੀ ਹੁੰਦੀ ਹੈ, ਕੋਈ ਵੀ ਲਾਅ ਬਣਾਉਣਾ ਹੁੰਦਾ, ਉਹਨੂੰ ਕੁਝ ਗੱਲਾਂ ਨੂੰ ਆਪਣੇ ਧਿਆਨ 'ਚ ਰੱਖਣਾ ਪੈਂਦਾ ਹੈ। ਠੀਕ ਹੈ, ਉਹ ਕਿਹੜੀਆਂ ਗੱਲਾਂ ਨੇ ਉਹ ਸਾਨੂੰ ਡੀਪੀਐਸਪੀ ਦੇ ਵਿੱਚ ਮੈਂਸ਼ਨ ਨੇ। ਉਹ ਅਸੀਂ ਇੱਕ ਇੱਕ ਕਰਕੇ ਪੜਾਂਗੇ ਤੇ ਉਹਦਾ ਮਤਲਬ ਸਮਝਾਂਗੇ। ਉਹਦੇ 'ਚ ਬੇਸਿਕਲੀ ਇਹੀ ਚੀਜ਼ਾਂ ਲਿਖਿਆ ਹੈ ਕਿ ਸਟੇਟ ਨੂੰ ਕੀ ਕਰਨਾ ਚਾਹੀਦਾ ਹੈ ਵੈਲਫੇਅਰ ਕਰਨ ਦੇ ਲਈ। ਹੁਣ ਇੱਥੇ ਮੈਂ ਇੱਕ ਵਰਡ ਯੂਜ਼ ਕੀਤਾ ਵੈਲਫੇਅਰ ਦੇ ਲਈ। ਹੁਣ ਯੂਪੀਐਸਸੀ ਜਾਂ ਪੀਸੀਐਸ ਕੀ ਕੁਐਸਚਨ ਪੁੱਛਦਾ ਹੈ ਡੀਪੀਐਸਪੀ ਵਿੱਚੋਂ? ਉਹ ਇਹ ਪੁੱਛ ਲੈਂਦਾ ਹੈ ਕਿ ਇਹਨਾਂ ਵਿੱਚੋਂ ਕਿਹੜੀ ਚੀਜ਼ ਜਿਹੜੀ ਹੈ ਉਹ ਵੈਲਫੇਅਰ ਦੇ ਲਈ ਕਨਸਟੀਟਿਊਸ਼ਨ ਨੇ ਪ੍ਰੋਵਾਈਡ ਕੀਤੀ ਹੋਈ ਹੈ। ਇਹਨਾਂ ਵਿੱਚੋਂ ਕਿਹੜੀ ਚੀਜ਼ ਹੈ ਜਿਹੜੀ ਕਿ ਕਨਸਟੀਟਿਊਸ਼ਨ ਵਿੱਚ ਵੈਲਫੇਅਰ ਦੇ ਲਈ ਪ੍ਰੋਵਾਈਡ ਕੀਤੀ ਹੋਈ ਹੈ। ਤੁਹਾਨੂੰ ਅੱਗੇ ਆਪਸ਼ਨਸ ਹੁੰਦੀਆਂ ਨੇ ਫੰਡਾਮੈਂਟਲ ਰਾਈਟ, ਫੰਡਾਮੈਂਟਲ ਡਿਊਟੀਜ਼, ਡੀਪੀਐਸਪੀ।
ठीक है, तो ਇਹਦਾ ਆਨਸਰ ਆਉਂਦਾ ਡੀਪੀਐਸਪੀ ਗਾਇਸ। ਇਹ ਯਾਦ ਰੱਖਣਾ ਤੁਸੀਂ। ਇਹ ਪ੍ਰੀਵੀਅਸ ਈਅਰ ਕੁਐਸਚਨ ਵੀ ਹੈ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਜਿਹੜਾ ਬੱਚਾ ਇਹਦੀ ਤਿਆਰੀ ਕਰ ਰਿਹਾ। ਜੇ ਨਹੀਂ ਪਤਾ ਤੇ ਅਸੀਂ ਇਦਾਂ ਦੇ ਨੁਆਂਸਸ ਹੀ ਪੜ੍ਹਨੇ ਆ ਕਿ ਤੁਹਾਡੀ ਜਿਹੜੀ ਤਿਆਰੀ ਹੈ ਉਹ ਔਨ ਦ ਰਾਈਟ ਡਾਇਰੈਕਸ਼ਨ ਰਹੇ। ਅਸੀਂ ਜ਼ਿਆਦਾ ਨਹੀਂ, ਅਸੀਂ ਸਹੀ ਪੜ੍ਹਨਾ ਹੈ ਗਾਇਸ ਇੱਥੇ। ਦੈਨ ਉਹਦੇ ਬਾਅਦ ਤੁਹਾਡੇ ਫੰਡਾਮੈਂਟਲ ਡਿਊਟੀਜ਼ ਆ ਜਾਂਦਾ ਹੈ ਗਾਇਸ। ਫੰਡਾਮੈਂਟਲ ਡਿਊਟੀਜ਼ ਜਿਹੜੀਆਂ ਨੇ ਉਹ ਬੜੀ ਕਾਮਨ ਜੀਆਂ ਨੇ, ਉਹਦੇ ਸਿਰਫ ਤੁਸੀਂ ਇੱਕ ਵਾਰੀ ਨਜ਼ਰ ਮਾਰਨੀ ਹੈ ਤੇ ਇਹ ਦੇਖਣਾ ਹੈ ਕਿ ਉਹ ਕਿਹੜੀ ਕਮੇਟੀ ਦੀ ਰეკਮੈਂਡੇਸ਼ਨ ਦੇ ਥਰੂ ਆਈ ਸੀਗੀ। ਉਹ ਆਈ ਸੀਗੀ ਸਵਰਨ ਸਿੰਘ ਕਮੇਟੀ ਦੀ ਰეკਮੈਂਡੇਸ਼ਨ ਦੇ ਥਰੂ ਗਾਇਸ। ਉਹਦੇ ਬਾਅਦ ਲਿਸਟ ਦਿੱਤੀ ਹੋਈ ਸਾਨੂੰ ਫੰਡਾਮੈਂਟਲ ਡਿਊਟੀਜ਼ ਦੀ। ਉਹ ਫੰਡਾਮੈਂਟਲ ਡਿਊਟੀਜ਼ ਦੀ ਆਪਾਂ ਇੱਕ ਵਾਰੀ ਝਾਤੀ ਮਾਰਨੀ, ਅਸੀਂ ਦੇਖਣਾ ਹੈ ਕਿਉਂਕਿ ਐਗਜ਼ਾਮ ਦੇ ਵਿੱਚ ਫੰਡਾਮੈਂਟਲ ਡਿਊਟੀਜ਼ ਇੱਕ ਡਿਊਟੀ ਦਿੱਤੀ ਹੋਏਗੀ, ਬਾਕੀ ਡੀਪੀਐਸਪੀਜ਼ ਦਿੱਤੇ ਹੋਣਗੇ। ਤੁਸੀਂ ਪਹਿਚਾਨਣਾ ਹੈ ਕਿ ਉਹਦੇ ਵਿੱਚੋਂ ਫੰਡਾਮੈਂਟਲ ਡਿਊਟੀ ਕਿਹੜੀ ਹੈ। ਠੀਕ ਹੈ, ਇਹ ਵੀ ਪ੍ਰੀਵੀਅਸ ਈਅਰ ਕੁਐਸਚਨ ਸੀਗੇ ਸਾਡੇ ਕੋਲ ਤੇ ਉਹ ਵੀ ਆਪਾਂ ਉਸ ਵੇਲੇ ਡਿਸਕਸ ਕਰਾਂਗੇ ਜਦੋਂ ਅਸੀਂ ਫੰਡਾਮੈਂਟਲ ਡਿਊਟੀਜ਼ ਦੇ ਉੱਤੇ ਪਹੁੰਚਾਂਗੇ। ਇਸ ਤਰੀਕੇ ਦੇ ਨਾਲ ਗਾਈਜ਼ ਸਾਡਾ ਜਿਹੜਾ ਕਨਸਟੀਟਿਊਸ਼ਨ ਹੈ ਅੱਗੇ ਅੱਗੇ ਚੱਲਦਾ ਰਹਿੰਦਾ ਹੈ। ਦੈਨ ਸਾਡਾ ਯੂਨੀਅਨ ਸ਼ੁਰੂ ਹੋ ਜਾਂਦਾ ਹੈ ਜਿਹਦੇ ਚ ਆਪਾਂ ਸਭ ਕੁਝ ਹੀ ਬਣਨਾ ਹੈ। ਲਾਈਕ ਇਹਦੇ ਚ ਆਪਾਂ ਲੈਜਿਸਲੇਚਰ ਕੀ ਹੁੰਦਾ, ਐਗਜ਼ੀਕਿਊਟਿਵ ਕੀ ਹੁੰਦੇ ਹੈ ਜਾਂ ਜੁਡੀਸ਼ਰੀ ਕੀ ਹੁੰਦੀ ਹੈ, ਮੈਂ ਤੁਹਾਨੂੰ ਕੱਲ ਦੱਸੂਗਾ ਜਿਸ ਵੇਲੇ ਅਸੀਂ ਆਪਣੇ YouTube ਚੈਨਲ ਦੇ ਉੱਤੇ ਹੋਵਾਂਗੇ। ਜਿਹੜੇ ਵੀ ਬੇਸਿਕ ਟਰਮਸ ਨੇ ਅਸੀਂ 2 ਦਿਨਾਂ ਦੇ ਅੰਦਰ ਉਹ ਖਤਮ ਕਰਾਂਗੇ। ਉਹਦੇ ਬਾਅਦ ਅਸੀਂ ਜਿਹੜਾ ਕੋਰਸ ਦੀ ਸਟਾਰਟਿੰਗ ਕਰਾਂਗੇ ਇਸ ਤਰੀਕੇ ਨਾਲ ਕਿ ਸਭ ਤੋਂ ਪਹਿਲੇ ਅਸੀਂ ਯੂਨੀਅਨ ਐਂਡ ਇਟਸ ਟੈਰੀਟਰੀ ਖਤਮ ਕਰਾਂਗੇ, ਫਿਰ ਅਸੀਂ ਸਿਟੀਜ਼ਨਸ਼ਿਪ ਖਤਮ ਕਰਾਂਗੇ, ਦੈਨ ਅਸੀਂ ਫੰਡਾਮੈਂਟਲ ਰਾਈਟ ਖਤਮ ਕਰਾਂਗੇ। ਇਹ ਅਸੀਂ ਇੱਕ ਹਫਤੇ ਦਾ ਟਾਰਗੇਟ ਲੈ ਕੇ ਚੱਲਣਾ ਤਾਂ ਕਿ ਇੱਕ ਹਫਤੇ 'ਚ ਸਾਡਾ ਪੂਰਾ ਕੰਪਲੀਟ ਹੋ ਜਾਏ। ਉਹਦੇ ਬਾਅਦ ਡੀਪੀਐਸਪੀ ਤੇ ਫੰਡਾਮੈਂਟਲ ਡਿਊਟੀਜ਼ ਲਈ ਸਾਨੂੰ 2 ਦਿਨ ਚਾਹੀਦੇ ਹੋਣਗੇ ਗਾਇਸ। ਠੀਕ ਹੈ, ਯਾਨੀ ਕਿ ਤਕਰੀਬਨ ਤੁਸੀਂ ਲੈ ਕੇ ਚਲੋ 10 ਦਿਨ ਦੇ ਅੰਦਰ ਸਾਡਾ ਫੰਡਾਮੈਂਟਲ ਡਿਊਟੀਜ਼ ਤੱਕ ਦਾ ਜਿਹੜਾ ਪਾਰਟ ਹੈ ਉਹ ਖਤਮ ਹੋਏਗਾ। ਯਾਨੀ ਕਿ ਪਾਰਟ 1 ਲక్ష్ਮੀਕਾਂਤ ਦਾ ਸਾਡਾ ਖਤਮ ਹੋ ਜਾਏਗਾ ਗਾਇਸ। ਠੀਕ ਹੈ, ਹੁਣ ਤੁਸੀਂ ਆਪਣਾ ਜਿਹੜਾ ਟਾਰਗੇਟ ਤੁਹਾਨੂੰ ਅੱਜ ਦਾ ਮਿਲਿਆ ਪਲੀਜ਼ ਉਹਦੇ ਵੱਲ ਫੋਕਸ ਹੋ ਜਾਓ ਥੋੜਾ ਜਿਹਾ ਤੇ ਆਪਣੇ ਟਾਰਗੇਟਸ ਪੂਰੇ ਕਰੋ। ਬਸ ਅੱਜ ਲਈ ਇੰਨੀ ਡਿਸਕਸ਼ਨ ਬਹੁਤ ਹੈ। ਤੇ ਅਗਰ ਕਿਸੇ ਨੂੰ ਕੋਈ ਵੀ ਕੁਐਸਚਨ ਹੈਗਾ ਹੈ ਰਿਲੇਟਡ ਟੂ ਜਿਹੜੇ ਅੱਜ ਕੋਰਸ ਸ਼ੁਰੂ ਨਹੀਂ ਹੋਇਆ ਤੇ ਤੁਸੀਂ ਪੁੱਛ ਸਕਦੇ ਹੋ। ਅਦਰਵਾਈਜ਼ ਹੋਰ ਕੋਈ ਤੁਹਾਡੇ ਡਾਊਟਸ ਹੈਗੇ ਆ ਉਹ ਪਲੀਜ਼ ਤੁਸੀਂ ਕੱਲ ਪੁੱਛ ਲੈਣਾ ਮੈਨੂੰ, ਕਿਉਂਕਿ ਇਸ ਵੇਲੇ 8:30 ਹੋ ਗਏ ਹੈ ਤੇ 8:30 ਮੈਂ ਵੀ ਕਿੱਥੇ ਜਾਣਾ ਹੈ। ਪਰ ਤੁਸੀਂ ਇਸ ਵੇਲੇ ਕੋਈ ਪੁੱਛ ਰਿਹਾ ਤੇ ਤੁਸੀਂ ਪੁੱਛ ਸਕਦੇ ਹੋ। ਸਰ ਨੋਟ ਸੈਂਡ ਕਰ ਦਿਓ ਜੀ ਇਹਦੇ। ਕੁਨਾਲਪ੍ਰੀਤ ਸਿੰਘ ਇਹਦੇ ਨੋਟਸ ਨਹੀਂ ਹੈ। ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸੀਗਾ ਕਿ ਅਸੀਂ ਸਟੈਂਡਰਡ ਬੁੱਕਸ ਫੋਲੋ ਕਰਨਾ ਹੈ ਤੇ ਇਸ ਕੋਰਸ ਵਿੱਚ ਕੋਈ ਵੀ ਪੀਡੀਐਫਸ ਪ੍ਰੋਵਾਈਡ ਨਹੀਂ ਹੋਣਗੀਆਂ। ਠੀਕ ਹੈ, ਕਿਉਂਕਿ ਪੀਡੀਐਫਸ ਦੇ ਉੱਤੇ ਮੈਂ ਡਿਪੈਂਡੈਂਟ ਨਹੀਂ ਬਣਾਉਣੇ, ਕਿਸੇ ਨੂੰ ਵੀ ਮੈਂ ਡਿਪੈਂਡੈਂਟ ਨਹੀਂ ਬਣਾਉਣਾ। ਤੁਹਾਨੂੰ ਆਪਣੀ ਕਿਤਾਬਾਂ ਲੈ ਕੇ ਕਿਤਾਬਾਂ ਤੋਂ ਪੜ੍ਹਨਾ ਹੈ ਗਾਈਸ। ਜੇ ਅਸੀਂ ਕਿਤਾਬਾਂ ਨੂੰ ਨਹੀਂ ਪੜ੍ਹਾਂਗੇ, ਅਸੀਂ ਜੇ ਕਿਤਾਬਾਂ ਨੂੰ ਰੰਗਾਂਗੇ ਨਹੀਂ ਨਾ, ਹਾਈਲਾਈਟਰ ਯੂਜ਼ ਨਹੀਂ ਕਰਾਂਗੇ ਜਾਂ ਪੈਨ ਯੂਜ਼ ਨਹੀਂ ਕਰਾਂਗੇ ਉਹਦੇ ਉੱਤੇ, ਤੇ ਸਾਡੇ ਦਿਮਾਗ 'ਚ ਕੋਈ ਚੀਜ਼ ਨਹੀਂ ਜਾਣੀ। ਸਰ ਮੇਰੇ ਕੋਲ ਲੂਸੈਂਟ ਬੁੱਕ ਆ ਸਰ, ਉਹ ਚੱਲ ਜੂਗੀ? ਨਹੀਂ, ਲੂਸੈਂਟ ਨਹੀਂ ਇਹਦੇ 'ਚ ਚੱਲਣੀ। ਲੂਸੈਂਟ ਜਿਹੜੇ ਤਾਂ 1 ਡੇ ਐਗਜ਼ਾਮ ਨੇ ਉਹਨਾਂ ਲਈ ਤੁਸੀਂ ਲੂਸੈਂਟ ਯੂਜ਼ ਕਰ ਸਕਦੇ ਹੋ। ਅਦਰਵਾਈਜ਼ ਜੇ ਤੁਸੀਂ ਕਹੋ ਕਿ ਤੁਸੀਂ ਪੀਸੀਐਸ ਦੀ ਤਿਆਰੀ ਕਰ ਰਹੇ ਹੋ ਜਾਂ ਐਸਆਈ ਦੀ ਅਗਰ ਤੁਸੀਂ ਤਿਆਰੀ ਕਰ ਰਹੇ ਹੋ, ਐਸਆਈ ਲਈ ਵੀ ਮੈਂ ਤੁਹਾਨੂੰ ਲక్ష్ਮੀਕਾਂਤ ਦੀ ਰეკਮੈਂਡ ਕਰੂੰਗਾ, ਕਿਉਂਕਿ ਅੱਜ ਤੁਸੀਂ ਐਸਆਈ ਬਣੇ ਹੋ ਤੇ ਕੱਲ ਨੂੰ ਤੁਸੀਂ ਪੀਸੀਐਸ ਦੀ ਤਿਆਰੀ ਕਰਨੀ ਹੈ। ਤੁਸੀਂ ਛੱਡਣੀ ਥੋੜਾ, ਇੰਨਾ ਗਿਆਨ ਲੈ ਕੇ ਕਿੱਥੇ ਜਾਓਗੇ, ਕਿਤੇ ਨਾ ਕਿਤੇ ਤਾਂ ਵਰਤੋਗੇ। ਹੁਣ ਇੱਕ ਵਾਰੀ ਪੜ੍ਹਨਾ ਤੇ ਪੂਰੇ ਸਹੀ ਤਰੀਕੇ ਨਾਲ ਪੜ੍ਹੋ, ਇੱਕ ਢੰਗ ਦੇ ਨਾਲ ਪੜ੍ਹੋ ਤਾਂ ਕਿ ਸਿਲੇਬਸ ਇੱਕ ਵਾਰੀ ਖਤਮ ਹੋਇਆ ਸਾਰੀ ਚੀਜ਼ ਤੁਹਾਡੇ ਦਿਮਾਗ 'ਚ ਗਈ, ਉਹਦੇ ਬਾਅਦ ਰਿਵੀਜ਼ਨ ਕਰਦੇ ਰਹੋ ਆਪਣਾ। ਓਕੇ ਸਰ। ਹਾਂਜੀ, ਤੁਸੀਂ ਕੁਝ ਬੋਲਣਾ ਮੋਨਾ? ਤੁਸੀਂ ਲਾਈਵ ਹੋ ਇਸ ਵੇਲੇ? ਮੈਨੂੰ ਲੱਗਦਾ ਇਹਨਾਂ ਦਾ ਮਾਈਕ ਗਲਤੀ ਨਾਲ ਆਨ ਰਹਿ ਗਿਆ ਇਹਨਾਂ ਕੋਲ। ਚਲੋ ਠੀਕ ਹੈ ਗਾਇਜ਼, ਇਹ ਰਿਕਾਰਡਡ ਰਹੇਗਾ ਤੇ ਇਹਦਾ ਨਾਮ ਰਹੇਗਾ ਟਾਰਗੇਟ 2। ਤੇ ਹੁਣ ਜਿਹੜਾ ਤੁਹਾਡਾ ਕੰਮ ਹੈ ਗਾਇਜ਼ ਇਹੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਮੈਂਬਰਸ ਜੋੜੋ ਪਲੀਜ਼, ਤਾਂ ਕਿ ਜਿਹੜਾ ਸਾਡਾ ਟਾਰਗੇਟ ਹੈ 2000 ਕੈਂਡੀਡੇਟਸ ਦਾ ਜਾਂ ਐਸਪੀਰੈਂਟਸ ਦਾ ਉਹ ਵੀ ਜਲਦੀ ਤੋਂ ਜਲਦੀ ਅਚੀਵ ਹੋਏ। ਅਦਰਵਾਈਜ਼ ਮੈਂ ਟਰਾਈ ਕਰ ਰਿਹਾ ਕਿ ਲਾਈਵ ਹੋ ਸਕਾਂ ਜਲਦੀ ਤੋਂ ਜਲਦੀ। ਅੱਜ ਟਰਾਈ ਕੀਤਾ ਸੀਗਾ, ਕੁਛ 24 ਆਵਰਸ ਦਾ ਮੈਨੂੰ ਅਲਟੀਮੇਟਮ ਜਾਂ ਨੋਟੀਫਿਕੇਸ਼ਨ ਆਈ ਹੈ YouTube ਤੋਂ। ਦੇਖਦੇ ਹਾਂ ਜੇ ਕੱਲ ਤੱਕ ਹੋ ਜਾਂਦਾ ਇਟਸ ਫਾਈਨ, ਅਦਰਵਾਈਜ਼ ਮੈਂ ਤੁਹਾਨੂੰ ਅਪਡੇਟ ਕਰ ਦੂੰਗਾ। ਅਦਰਵਾਈਜ਼ ਅਸੀਂ ਕੱਲ ਮਿਲ ਰਹੇ ਹਾਂ, ਕੱਲ 8 ਵਜੇ ਦਾ ਅਸੀਂ ਲਾਈਵ ਰੱਖਾਂਗੇ। ਠੀਕ ਹੈ ਜੀ, ਓਕੇ ਸਰ, ਥੈਂਕ ਯੂ ਜੀ। ਓਕੇ।